हाँ जी, गुड मॉर्निंग एवरीवन। माय नेम इज़ दीपक गुप्ता एंड आई ਵੈਲਕਮ ਯੂ ਆਲ ਔਨ ਦਾ ਕਲਾਸਿਸ ਆਫ ਕੈਰੀਅਰ ਕੁਐਸਟ ਪਟਿਆਲਾ। ਸੋ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਸੀਰੀਜ਼ ਫੋਲੋ ਕਰ ਰਹੇ ਹੋਵੋਗੇ ਜੋ ਆਪਾਂ ਰੀਜ਼ਨਿੰਗ ਦੀ ਸਟਾਰਟ ਕੀਤੀ ਹੋਈ ਹੈ। ਸੋ ਅੱਜ ਦੇ ਲੈਕਚਰ ਦੇ ਵਿੱਚ ਤੁਹਾਡੇ ਲਈ ਇੱਕ ਨਵਾਂ ਟੌਪਿਕ ਲੈ ਕੇ ਆਇਆ ਤੇ ਟੌਪਿਕ ਦਾ ਨਾਮ ਕੀ ਹੈ? ਡਾਟਾ ਸਫੀਸ਼ੀਐਂਸੀ। ਠੀਕ ਹੈ, ਤੇ ਡਾਟਾ ਸਫੀਸ਼ੀਐਂਸੀ ਹੈ ਜੋ ਬੇਸਿਕਲੀ ਤੁਹਾਨੂੰ ਬੈਂਕਿੰਗ ਦੇ ਐਗਜ਼ਾਮਸ ਦੇ ਵਿੱਚ ਦੇਖਣ ਨੂੰ ਮਿਲੇਗਾ ਜਾਂ ਫਿਰ ਪੀਪੀਐਸਸੀ ਦੇ ਐਗਜ਼ਾਮ ਨੂੰ ਪੀਪੀਐਸਸੀ ਦੇ ਐਗਜ਼ਾਮ 'ਚ ਦੇਖਣ ਨੂੰ ਮਿਲੇਗਾ। ਠੀਕ ਹੈ, ਪੀ ਟ੍ਰਿਪਲ ਐਸ ਵੀ ਇਸ ਟੌਪਿਕ ਦਾ ਬਹੁਤ ਘੱਟ ਯੂਜ਼ ਕਰਦੀ ਹੈ। ਠੀਕ ਹੈ, ਸੋ ਹੁਣ ਆਪਾਂ ਥੋੜੀ ਜਿਹੀ ਇਕੁਏਸ਼ਨਸ ਸਮਝਦੇ ਹਾਂ। ਬੇਸਿਕਲੀ ਹੁਣ ਇੱਥੇ ਕੀ ਲਿਖਿਆ? ਈਚ ਆਫ ਦਾ ਕੁਐਸਚਨ ਕੰਸਿਸਟ ਆਫ ਟੂ ਕੁਐਸਚਨ। ਕਲੀਅਰ? ਸੋ ਕਹਿਣਾ ਕੀ ਚਾਹ ਰਿਹਾ ਇਹ, हर एक क्वेश्चन है जो दो क्वेश्चन कंसिस्ट करेगा। ठीक है, टू स्टेटमेंट कंसिस्ट करेगा। यू हैव टू डिसाइड वेदर द डाटा प्रोवाइडेड इन द स्टेटमेंट आर सफिशिएंट टू आंसर द क्वेश्चन। ठीक है, सो हुण आपां उन्हां स्टेटमेंट्स दे विच देखना होगा कि अपना आंसर की बन पा रहा है। ठीक है, सो हुण उस तो बाद तुहानूं इत्थे 5 ऑप्शंस दिते होणगे जिथों तुसीं अपना आंसर मार्क करोगे कि आंसर अपना ए आऊगा, बी आऊगा या सी आऊगा। ठीक है, सो हुण ए दे विच की है? इफ द डाटा इन द स्टेटमेंट 1। ठीक है, ਆਪਾਂ ਐਵੇਂ ਕਰਦੇ ਹਾਂ, ਇੱਕ ਸਟੇਟਮੈਂਟ ਇਹਨਾਂ ਨੂੰ ਸਮਝਣ ਤੋਂ ਪਹਿਲਾਂ ਇੱਕ ਕੁਐਸਚਨ ਦੇਖ ਲੈਂਦੇ ਹਾਂ। ਠੀਕ ਹੈ, ਫਿਰ ਆਪਾਂ ਉਹਨਾਂ ਆਪਸ਼ਨਸ ਤੇ ਜਾਵਾਂਗੇ ਤੇ ਆਪਸ਼ਨਸ ਤੁਸੀਂ ਕੀ ਕਰਨੇ ਹੈ ਆਪਣੀ ਨੋਟਬੁੱਕ ਤੇ ਸੇਮ ਐਜ਼ ਇਟ ਇਜ਼ ਰਾਈਟ ਕਰਕੇ ਰੱਖ ਲਓ। ਠੀਕ ਹੈ, ਫਿਰ ਉੱਥੇ ਆਪਾਂ ਆਪਣਾ ਆਨਸਰ ਲਗਾਈ ਜਾਵਾਂਗੇ ਵੀ ਏ ਆਏਗਾ, ਬੀ ਆਏਗਾ, ਸੀ ਆਏਗਾ ਐਂਡ ਸੋ ਔਨ। ਠੀਕ ਹੈ, ਸੋ ਹੁਣ ਇੱਥੇ ਕੀ ਹੈ? ਇੱਕ ਕੁਐਸਚਨ ਦਿੱਤਾ ਹੋਇਆ ਤੁਹਾਨੂੰ, ਇਨ ਵਿਚ ਈਅਰ ਵਾਜ਼ ਰਾਹੁਲ ਬੌਰਨ। ਠੀਕ ਹੈ, ਸੋ ਹੁਣ ਕਰਨਾ ਤੁਸੀਂ ਕਿਵੇਂ ਹੋਏਗਾ? ਪਹਿਲਾਂ ਪੜੋਗੇ, ਕਿਆ ਪਹਿਲੇ ਤੋਂ ਆਪਾਂ ਨੂੰ ਐਗਜ਼ੈਕਟ ਆਨਸਰ ਮਿਲੇਗਾ? ਠੀਕ ਹੈ, ਨਹੀਂ ਮਿਲ ਰਿਹਾ। ਠੀਕ ਹੈ, ਦੂਸਰੇ ਚ ਕੀ ਹੈ? ਰਾਹੁਲਸ ਬ੍ਰਦਰ ਹੂ ਵਾਜ਼ ਬੌਰਨ ਇਨ 1964 ਇਜ਼ 35 ਇਅਰਸ ਯੰਗਰ ਟੂ ਹਿਜ਼ ਮਦਰ। ਠੀਕ ਹੈ, ਸੋ ਇੱਥੋਂ ਆਪਾਂ ਨੂੰ ਹੁਣ ਦੂਸਰੇ ਦਾ ਵੀ ਪਤਾ ਚੱਲ ਗਿਆ। ਠੀਕ ਹੈ, ਸੋ ਹੁਣ ਆਪਾਂ ਕੰਬਾਈਨ ਕਰਕੇ ਦੇਖਾਂਗੇ ਕਿ ਕੰਬਾਈਨ ਕਰਕੇ ਆਨਸਰ ਮਿਲਿਆ ਹੈ ਜਾਂ ਨਹੀਂ। ਠੀਕ ਹੈ, ਸੋ 5 ਆਪਸ਼ਨ ਹੁਣ ਤੁਹਾਡੇ ਕੋਲ ਇੱਥੇ ਕਿਹੜੇ ਕਿਹੜੇ ਹੋਣਗੇ? ਪਹਿਲਾ ਆਪਸ਼ਨ ਕੀ ਹੈ ਕਿ ਪਹਿਲੀ ਸਟੇਟਮੈਂਟ ਤੋਂ ਆਨਸਰ ਆ ਜਾਏਗਾ। ਠੀਕ ਹੈ, दूसरा ऑप्शन की है सिर्फ दूसरी स्टेटमेंट तो आंसर आ रहे हैं। क्लियर हो गया? तीसरा ऑप्शन की है इफ डाटा ईदर इन स्टेटमेंट 1 अलोन और इन स्टेटमेंट 2 अलोन आर सफिशिएंट टू आंसर द क्वेश्चन। तो तीसरी स्टेटमेंट की है दोनों अपनी स्टेटमेंट 1 ਤੇ स्टेटमेंट 2 ਤੋਂ ਦੋਨਾਂ ਤੋਂ ਅਲੱਗ-ਅਲੱਗ ਆਨਸਰ ਆਪਾਂ ਕੱਢ ਸਕਦੇ ਹਾਂ। ਠੀਕ ਹੈ, ਚੌਥੀ ਕੀ ਹੈ ਕਿ ਦੋਨੋਂ ਦੀ ਦੋਨੋਂ ਨੂੰ ਅਗਰ ਆਪਾਂ ਮਿਲਾਨੇ ਆ ਫਿਰ ਵੀ ਉਹ ਸਫੀਸ਼ੀਐਂਟ ਨਹੀਂ ਹੁੰਦੀਆਂ, ਯਾਨੀ ਕਿ ਆਪਾਂ ਦੋਨੋਂ ਸਟੇਟਮੈਂਟ ਤੋਂ ਆਨਸਰ ਨਹੀਂ ਕੱਢ ਪਾਏ। ਠੀਕ ਹੈ, ਫਿਫਥ ਆਪਸ਼ਨ ਕੀ ਹੈ? ਦੋਨੋਂ ਨੂੰ ਮਿਲਾ ਕੇ ਆਨਸਰ ਆਂਦਾ ਹੈ। ਠੀਕ ਹੈ, ਸੋ ਫਿਫਥ ਵਾਸਤੇ ਆਪਾਂ ਕੀ ਚੀਜ਼ ਯੂਜ਼ ਕਰ ਸਕਦੇ ਆ? 1+2 ਕਰਕੇ ਹੈ ਜੋ ਆਪਣੇ ਕੋਲ ਆਨਸਰ ਡਿਰਾਈਵ ਹੋ ਜਾਊਗਾ। ਠੀਕ ਹੈ, ਸੋ ਇਹ 5 ਆਪਸ਼ਨਸ ਹੈ, ਆਪਣੀ ਆਪਣੀ ਲੈਂਗੁਏਜ ਦੇ ਵਿੱਚ ਲਿਖ ਲਓ, ਫਿਰ ਅੱਗੇ ਆਪਾਂ ਇਹਨਾਂ ਦਾ ਯੂਜ਼ ਕਰਾਂਗੇ। ਚਲੋ, ਸੋ ਹੁਣ ਜਿਵੇਂ ਕਿ ਪਹਿਲਾ ਕੁਐਸਚਨ ਆਪਾਂ ਦੇਖਿਆ ਸੀਗਾ, ਇਨ ਵਿਚ ਈਅਰ ਵਾਜ਼ ਰਾਹੁਲ ਬੌਰਨ। ਰਾਹੁਲ ਕਿਹੜੇ ਈਅਰ ਦੇ ਵਿੱਚ ਪੈਦਾ ਹੋਇਆ ਹੈ, ਇਹੀ ਹੈ ਕੁਐਸਚਨ ਦਾ ਮਤਲਬ। ਠੀਕ ਹੈ, ਸੋ ਹੁਣ ਅਗਰ ਆਪਾਂ ਪਹਿਲੀ ਸਟੇਟਮੈਂਟ ਦੀ ਗੱਲ ਕਰੀਏ, ਪਹਿਲੀ ਸਟੇਟਮੈਂਟ ਕੀ ਹੈ? ਰਾਹੁਲ ਐਟ ਪ੍ਰੈਜ਼ੈਂਟ ਇਜ਼ 25 ਇਅਰਸ ਯੰਗਰ ਟੂ ਹਿਜ਼ ਮਦਰ। ਰਾਹੁਲ ਹੈ ਜੋ ਆਪਣੀ ਮਦਰ ਤੋਂ 25 ਸਾਲ ਛੋਟਾ ਹੈ। ਯੰਗਰ ਦਾ ਮਤਲਬ ਕੀ ਹੁੰਦਾ? ਛੋਟਾ। ਠੀਕ ਹੈ, ਤਾਂ ਹੁਣ ਇੰਨੀ ਕੁ ਚੀਜ਼ ਤੋਂ ਆਪਾਂ ਨੂੰ ਆਨਸਰ ਨਹੀਂ ਪਤਾ ਚੱਲਿਆ। ਕਲੀਅਰ? ਸੋ ਆਪਾਂ ਕੀ ਕਰਤਾ? ਗਲਤ ਕਰਤਾ ਕਿ ਆਪਾਂ ਤੋਂ ਹਲੇ ਪਹਿਲੀ ਇਕੁਏਸ਼ਨ ਮਿਲਾ ਕੇ ਆਨਸਰ ਨਹੀਂ ਆ ਪਾਇਆ। ਠੀਕ ਹੈ, ਦੂਸਰਾ ਕੀ ਹੈ? ਰਾਹੁਲਸ ਬ੍ਰਦਰ ਹੂ ਵਾਜ਼ ਬੌਰਨ ਇਨ 1964 ਇਜ਼ 35 ਇਅਰਸ ਯੰਗਰ ਟੂ ਹਿਜ਼ ਮਦਰ। ਠੀਕ ਹੈ, ਸੋ ਹੁਣ ਇੱਕ ਰਾਹੁਲ ਦਾ ਬ੍ਰਦਰ ਹੈ। ਠੀਕ ਹੈ, ਕਦੋਂ ਬੌਰਨ ਹੋਇਆ ਉਹ? 1964 ਦੇ ਵਿੱਚ। ਠੀਕ ਹੈ, ਤਾਂ ਹੁਣ ਉਸਨੇ ਆਪਾਂ ਨੂੰ ਕੀ ਕਿਹਾ ਕਿ ਉਹ ਆਪਣੀ ਮਦਰ ਤੋਂ 35 ਸਾਲ ਛੋਟਾ ਹੈ, ਯਾਨੀ ਕਿ ਮਦਰ ਦੀ ਏਜ ਆਪਾਂ ਮਾਈਨਸ ਕਰ ਦਈਏ, 35 ਇਅਰਸ ਮਾਈਨਸ ਕਰ ਦਈਏ ਇਸ ਦੇ ਜੋ ਬੌਰਨ ਸਨ ਹੈ। ਠੀਕ ਹੈ, ਉਸ ਤੋਂ ਆਪਾਂ ਕੀ ਕਰਾਂਗੇ? ਇੱਥੇ ਆਪਣੇ ਕੋਲ ਫਿਰ ਕੀ ਆ ਜਾਏਗਾ? ਸੋ ਇਹ ਆਪਾਂ ਜਦੋਂ ਮਾਈਨਸ ਕੀਤਾ ਤਾਂ ਕਿੰਨਾ ਆ ਗਿਆ? ਠੀਕ ਹੈ, बेसिकली जो ਇਹ ईयर है की आया है? राहुल मॉम बर्थ ईयर आ गया 1929।
ठीक है। सो हुण इत्थे आपां नूं पता तां नहीं ਚੱਲਿਆ ना हले भी राहुल दी एज ਇੰਨੀ ਕੁ ਆਪਾਂ कैलकुलेशन कर ली, बट इत्थों भी आपां नूं राहुल दी एज ਦਾ नहीं पता ਚੱਲਿਆ। बट हुण अगर मैं यही पहली कंडीशन पहली स्टेटमेंट दे नाल इसनूं कंबाइन कर दूंगा, किवें देखो उसने की किया, एट प्रेजेंट राहुल एट प्रेजेंट इज 25 ईयर्स यंगर टू हिज मदर। हुण ओह अपनी मदर तो 25 साल छोटा है। तो हुण अगर मैं इस दे विच 25 ऐड कर दा, ठीक है, 25 ऐड करके कितना हो जाएगा, ठीक है, 1954। सो बेसिकली ये मेरे को की आ गया, राहुल दा बॉर्न ईयर आ गया। ठीक है। सो हुण अगर मेरे को राहुल दी डेट ऑफ बर्थ पता चल गई, उसका साल पता चल गया, फिर आप ये भी कैलकुलेट कर सकते हैं कि राहुल अज किन्ने साल का है। सो तुसी इत्थों देखो आपां नूं की पता चलिया इत्थों कि पहले नूं मिला के दूसरे नूं मिला के आंसर आया है, ना ही पहला आंसर दे पाया है कल्ला, ना ही दूसरा दे पाया है। बट अगर मैं दोनों नूं कंबाइन कर दूंगा, ठीक है, अगर मैं पहली स्टेटमेंट ते दूसरी स्टेटमेंट नूं कंबाइन कर दूंगा फिर ही मेरा आंसर आऊगा। क्लियर। सो हुण अगर मेरा आंसर दोनों नूं कंबाइन करके आ रहा है तो मैं थोनू हुण पहला 5 ऑप्शंस लिखवाए सी। ठीक है। पहला ऑप्शन की सीगा, सिर्फ पहले नाल आंसर आया, दूसरा ऑप्शन सिर्फ दूसरे नाल, तीसरा ऑप्शन दोनों तो अलग अलग आंसर आ रहा है। ठीक है। चौथा ऑप्शन डी ऑप्शन की सीगा, दोनों तो आंसर नहीं आया। ई ऑप्शन बेसिकली की सी, दोनों नूं मिला के अपना है जो आंसर आया है। तो फिर इस क्वेश्चन का आंसर थोड़ा की हो जाएगा, ई ऑप्शन। ठीक है। तो आप बार बार ओहो पैरा जा नहीं देख रहे। ठीक है। सो इन्नी चीज तुसी अपनी कॉपी ते नोट कर लो। क्लियर हो गया। तो इसी तरीके दे नाल आपां 10 तो 12 क्वेश्चन डिस्कस करांगे, फिर अपना चैप्टर क्लियर हो जाऊगा। ठीक है। चलो अगला क्वेश्चन ते आ जाओ। तो एक गल होर कहना चाहूंगा मैं, जिस किसी ने पहला डायरेक्शंस ब्लड रिलेशन नहीं देखा, ठीक है, या पजल्स हो गया, इनइक्वालिटीज हो गया, वो प्लीज पहला ओहो वीडियोस देखो, क्योंकि डाटा सफिशिएंसी है जो सब दा मिक्सचर होंदा है। ठीक है। चलो सेकंड क्वेश्चन देखो, व्हाट विल बी द टोटल वेट ऑफ 10 पोल्स ईच ऑफ द सेम वेट। ठीक है। 10 पोल दा वेट आपां देखना है। ठीक है। हर एक पोल दा वेट की है सेम है। सो हुण पहली स्टेटमेंट आपां नूं की कह रही है, 1/4 ऑफ द वेट ऑफ ईच पोल इज 5 kg। हुण अगर 1/4 वेट है जो हर एक पोल का कितना है 5 किलो, तो फिर पोल का वेट आपां नूं पता चल जाएगा कितना है, 4 उत्थे जाके मल्टीप्लाई हो जाएगा, कितना हो गया 20 kg। तो अगर हर एक पोल का वेट सेम है, तो अगर एक का 20 है तो सब दे 10 पोलों का कितना होएगा 20 kg। पहले तो अपना आंसर आ गया। ठीक है। हुण आपां गल करदे हां दूसरे दी, द टोटल वेट ऑफ 3 पोल्स इज 20 किलोग्राम्स मोर देन द टोटल वेट ऑफ 2 पोल्स। ठीक है। 3 पोल्स का जो वेट है 20 ग्राम ज्यादा है। ठीक है। 3 पोल्स का वेट 20 ग्राम ज्यादा है किस तो, 2 खंबियां दे वेट तो। ठीक है। ज्यादा का मतलब कि डिफरेंस है दोनों का। सो ये कितना आ गया, P माइनस करके 20। सो अगर एक पोल का वेट 20 है, उसने की किया सीगा अपन नूं स्टेटमेंट दे विच हर एक खंबे का वेट सेम है, तो P की वैल्यू कितनी आ जाएगी 20। अगर एक खंबे का वेट 20 है तो हर एक का वेट कितना होएगा 10, पोल का वेट कितना होएगा 20 किलो ही होएगा। ठीक है। सो इतों आपां नूं की पता चलिया, दोनों तो आंसर आ गया, यानी कि पहले तो भी आंसर आ गया ते दूसरी तो भी आंसर आ गया। तो इत्थे हुण ऑप्शन आपां किहड़ा टिक करांगे, सी ऑप्शन। ठीक है। सो इस तरीके नाल आपां सेकंड क्वेश्चन करांगे। हुण आपां गल करदे हां थर्ड क्वेश्चन दी। सो 30 सेकंड का टाइम है, जल्दी एक बार अटैम्प्ट करके देखो। तो ये भी बहुत ज्यादा आसान क्वेश्चन है। देखो, हु इज टॉलर अमंग PQRST।
सो हुण अगर मैं पहली स्टेटमेंट की गल करा, एस इज शॉर्टर देन क्यू। एस है जो क्यू तो छोटा है, बट ये नहीं पता कि कितना छोटा है। ठीक है, क्यू तो छोटा है बट अपन को यही नहीं पता कि कितना छोटा है। पी इज शॉर्टर देन ओनली टी। टोटल किन्ने बंदे ने अपने कोल? 1 2 3 4 5, 1 2 3 4 5। पी है जो सिर्फ टी तो ही छोटा है। ठीक है, पी है जो सिर्फ टी तो ही छोटा है, यानी कि पी है जो सेकंड नंबर ते आ गया। तो हुन उसने मेथों पूछिया की सीगा, हु इज टॉलर अमंग पी क्यू आर एस टी। तो हुन यह कंडीशन आपां नूं की दिखा रही है कि टी की है? टॉलेस्ट। ठीक है, तो टी है टॉलेस्ट, उसने टॉलेस्ट ही पूछा, यानी कि आप फर्स्ट इक्वेशन तो या स्टेटमेंट तो अपना आंसर लभ लिया। तो सेकंड की है, क्यू इज टॉलर देन ओनली एस। टोटल किन्ने है? क्यू है जो टॉलर है किथों? सिर्फ और सिर्फ एस तो। ठीक है, सो इत्थे कहने का की मतलब है क्यू सिर्फ और सिर्फ एस तो ही वड्डा है, बाकी सारे जो हैं वो सारे क्यू तो वड्डे हैं। ठीक है, तो हम टी इज टॉलर देन ओनली पी एंड आर। तो टी है जो पी ते आर तो वड्डा है, कुछ इस तरीके नाल बनेगा। ठीक है, ऑल्दो इत्थे सेकंड ते थर्ड पोजीशन वास्ते आपां कुछ नहीं कह सकते, बट हुण क्वेश्चन दे विच उसने पूछा कि सी टॉलर, तो इस केस दे विच भी आपां टी नूं ही टॉलर बनावांगे क्योंकि टी फर्स्ट पोजीशन ते बैठा है। तो हुण पहली इक्वेशन तो भी आंसर आ गया, दूसरी तो भी आंसर आ गया, तो फिर ऑप्शन आपां केड़ा टिक लगावांगे? सी। क्लियर हो गया? चलो आ जाओ अगले क्वेश्चन ते। ट्राई करो एक बार, 30 सेकंड्स है थोड़े को। चलो, सो ने क्वेश्चन की है, हाउ मच वाज द टोटल सेल ऑफ द कंपनी। कंपनी ने कितनी सेल की थी? तो हुन पहला की है पॉइंट, द कंपनी सोल्ड 800 यूनिट्स ऑफ प्रोडक्ट ए, ईच कॉस्टिंग ₹25। ठीक है, सो हुन कंपनी ए, कंपनी है कोई भी, उसने प्रोडक्ट ए दी 8000 पीस बेचे, हर एक पीस किन्ने दा है? 25 रुपए का। ठीक है, वैल्यू अपन जरूरी नहीं है कि कैलकुलेट करनी है, कुछ वैल्यू आ जाएगी। ठीक है, सो हुन सेकंड ऑप्शन की है, दिस कंपनी हैज नो अदर प्रोडक्ट लाइन। इस कंपनी का होर कोई प्रोडक्ट लाइन नहीं है। ठीक है, सो हुन कहने का की मतलब है कि इस कंपनी का कोई भी प्रोडक्ट लाइन नहीं है। सो हुन इत्थे फिर तुसी केड़ा ऑप्शन टिक लगाओगे? ठीक है, हुन पहली जो अपन ਨੂੰ सिर्फ प्रोडक्ट ए ਦਾ पता ਚੱਲਿਆ। ठीक है, हो सकता है कि प्रोडक्ट बी भी होवे, सी भी होवे, या कोई होर 1 2 3 प्रोडक्ट होवे। ठीक है, बट सेकंड स्टेटमेंट ਦੇ ਵਿੱਚ इसने अपन ਨੂੰ क्लियर करता कि इस कंपनी का कोई भी होर अदर प्रोडक्ट नहीं है। ठीक है, तो हुन यानी कि जो प्रोडक्ट ए है वही होली सोली है। ठीक है, सिर्फ कंपनी ए है, कंपनी है जो सिर्फ ए प्रोडक्ट बना रही है। ठीक है, प्रोडक्ट ए दी सेल आपां नूं पता चल गई कि इन्नी है, क्योंकि आपां नूं हुण पता किवें ਚੱਲਿਆ कि टू इक्वेशन पढ़ के पता ਚੱਲਿਆ कि कंपनी होर कोई प्रोडक्ट नहीं बना रही। ठीक है, जब तक आप सिर्फ पहला पढ़ रहे थे उदों तक आपां नूं सीगा भी शायद प्रोडक्ट बी होवे, सी होवे, बट जिवें ही आप स्टेटमेंट 2 पढ़ी, दिस कंपनी हैज नो अदर प्रोडक्ट लाइन, तो उतों आपां नूं पता चल गया कि कंपनी दी सेल कितनी है, जो इसनूं मल्टीप्लाई करके आएगी इन्नी है। ठीक है, सो हम मल्टीप्लाई करके कुछ भी वैल्यू आ जाएगी, बट इतने आप आंसर 1 तो नहीं दे सकते, आंसर 2 भी नहीं दे सकते। बट अगर मैं दोनों कंबाइन करदा फिर थोड़ा की आंसर होएगा? बट अगर मैं दोनों कंबाइन करदा फिर जो थोड़ा आंसर होएगा की होएगा? ऑप्शन नंबर ई। ठीक है, सो इस क्वेश्चन का आंसर थोड़ा कितना हो गया?
ऑप्शन नंबर ई। आ जाओ अगले क्वेश्चन पे। 30 सेकेंड का टाइम है, थोड़े लिए जल्दी करो कि अपना अपना आंसर कमेंट सेक्शन ਦੇ ਵਿੱਚ ਜ਼ਰੂਰ ਦੱਸੋ ਜਲਦੀ। ਸੋ ਹੁਣ ਵੀਡੀਓ ਦੀ ਸਟਾਰਟਿੰਗ 'ਚ ਮੈਂ ਕੀ ਬੋਲਿਆ ਸੀਗਾ ਕਿ ਸਭ ਨੇ ਪਹਿਲਾਂ ਪਹਿਲੇ ਲੈਕਚਰ ਦੇਖਣੇ ਆ, ਜਿਵੇਂ ਬਲੱਡ ਰਿਲੇਸ਼ਨ ਹੋ ਗਿਆ, ਕੋਡਿੰਗ ਹੋ ਗਿਆ। ਸੋ ਹੁਣ ਇਹ ਵਾਲਾ ਕੁਐਸਚਨ ਹੈ ਜੋ ਜਿਸ ਕਿਸੇ ਨੇ ਕੋਡਿੰਗ ਪਹਿਲਾਂ ਕੀਤਾ ਹੋਊਗਾ ਉਹੀ ਇਸ ਕੁਐਸਚਨ ਨੂੰ ਕਰ ਪਾਏਗਾ। ਠੀਕ ਹੈ। ਸੋ ਹੁਣ ਇੱਥੇ ਕੀ ਹੈ, ਸਕਾਈ ਇਜ਼ ਕਲੀਅਰ। ਠੀਕ ਹੈ, ਸਕਾਈ ਇਜ਼ ਕਲੀਅਰ। ਇੱਥੇ ਤਿੰਨ ਵਰਡਸ ਹੈ, ਅੱਗੇ ਤਿੰਨ ਕੋਡ ਆ ਗਏ। ਆਪਾਂ ਨੂੰ ਨਹੀਂ ਪਤਾ ਕਿ ਸਕਾਈ ਦਾ ਕੋਡ ਕੀ ਹੈ, ਇਸ ਦਾ ਕੀ ਹੈ, ਕਲੀਅਰ ਦਾ ਕੀ ਹੈ। ਠੀਕ ਹੈ। ਹੁਣ ਇੱਥੇ ਕੀ ਹੈ, ਇਨ ਦਾ ਸੇਮ ਕੋਡ ਲੈਂਗੁਏਜ ਮੇਕ ਇਟ ਕਲੀਅਰ ਦਾ ਕੀ ਹੈ, DEGAJO। ਸੋ ਆਪਾਂ ਨੂੰ ਨਹੀਂ ਪਤਾ ਵੀ ਹੁਣ ਇਹਨਾਂ ਦਾ ਕੋਡ ਕੀ ਹੈ। ਸੋ ਹੁਣ ਆਪਾਂ ਕੀ ਕਰਾਂਗੇ, ਅਗਰ ਮੈਂ ਦੋਨੋਂ ਨੂੰ ਕੰਬਾਈਨ ਕਰਾਂ, ਠੀਕ ਹੈ, ਦੋਨਾਂ ਨੂੰ ਅਗਰ ਮੈਂ ਕੰਬਾਈਨ ਕਰਾਂ ਤਾਂ ਦੋਨਾਂ ਦੇ ਵਿੱਚ ਕੀ ਕਾਮਨ ਹੈ, ਕਲੀਅਰ। ਠੀਕ ਹੈ। ਕੋਡ ਦੇ ਵਿੱਚ ਦੋਨਾਂ 'ਚ ਕੀ ਕਾਮਨ ਹੈ, ਡੇ। ਸੋ ਤੁਸੀਂ ਕਹਿ ਸਕਦੇ ਹੋ ਕਿ ਕਲੀਅਰ ਦਾ ਕੋਡ ਕੀ ਹੈ, DE। ਠੀਕ ਹੈ। ਬਟ ਹੁਣ ਉਸਨੇ ਪੁੱਛਿਆ ਕੀ ਹੈ, ਸਕਾਈ ਦਾ ਕੋਡ। ਹੁਣ ਸਕਾਈ ਦਾ ਕੋਡ ਤੁਸੀਂ ਕਿਵੇਂ ਜਸਟੀਫਾਈ ਕਰੋਗੇ ਕਿ ਆਰ ਇਹ ਹੈ ਜਾਂ ਫਿਰ FA ਹੈ। ਠੀਕ ਹੈ। ਸੋ ਹੁਣ ਸਕਾਈ ਦਾ ਕੋਡ ਆਪਾਂ ਨੂੰ ਨਹੀਂ ਪਤਾ, ਤਾਂ ਹੁਣ ਪਹਿਲੇ ਤੋਂ ਵੀ ਆਪਣੇ ਕੋਲ ਆਂਸਰ ਨਹੀਂ ਆਇਆ, ਦੂਸਰੇ ਤੋਂ ਵੀ ਨਹੀਂ ਆਇਆ, ਦੋਨਾਂ ਨੂੰ ਮਿਲਾ ਕੇ ਵੀ ਆਂਸਰ ਨਹੀਂ ਆਇਆ। ਫਿਰ ਤੁਸੀਂ ਇੱਥੇ ਕਿਹੜਾ ਆਪਸ਼ਨ ਚੂਜ਼ ਕਰੋਗੇ, ਆਪਸ਼ਨ ਨੰਬਰ ਡੀ। ਠੀਕ ਹੈ। ਕਿਉਂਕਿ ਆਪਸ਼ਨ ਨੰਬਰ ਡੀ ਦੇ ਵਿੱਚ ਕੀ ਸੀਗਾ, ਨਾ ਸਟੇਟਮੈਂਟ 1 ਨਾ ਸਟੇਟਮੈਂਟ 2, यानी कि दोनों ने मिला के अपना आंसर नहीं आया। वो थोड़ा ऑप्शन केड़ा नंबर सी, डी। चलो अगला क्वेश्चन। हाउ मेनी चिल्ड्रन आर देयर बिटवीन P एंड Q इन अ रो ऑफ चिल्ड्रन। ठीक है। सो इत्थे बहुत आसान तरीके दे नाल करांगे। P इज 15th फ्रॉम लेफ्ट इन द रो। ठीक है। ਹੁਣ ਇੱਥੇ ਮੇਥੋਂ ਕੁਐਸਚਨ ਦੇ ਵਿੱਚ ਕੀ ਪੁੱਛਿਆ, ਪਹਿਲਾਂ ਆਪਾਂ ਇਸ ਚੀਜ਼ ਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਾਂਗੇ। ਹਾਊ ਮੈਨੀ ਚਿਲਡਰਨ ਆਰ देयर ਬਿਟਵੀਨ P ਐਂਡ Q। P ਤੇ Q ਦੇ ਵਿੱਚ ਟੋਟਲ ਕਿੰਨੇ ਬੱਚੇ ਬੈਠੇ ਨੇ, ਕਲੀਅਰ। ਸੋ ਹੁਣ ਪਹਿਲੀ ਸਟੇਟਮੈਂਟ ਦੇ ਵਿੱਚ ਮੈਨੂੰ ਕੀ ਕਿਹਾ ਗਿਆ ਹੈ ਕਿ P ਹੈ ਜੋ ਲੈਫਟ ਸਾਈਡ ਤੋਂ 15ਵੇਂ ਨੰਬਰ ਤੇ ਹੈ। ਫਿਰ Q ਇਜ਼ ਐਗਜ਼ੈक्टली इन द मिडल एंड देयर आर 10 चिल्ड्रन टूवर्ड्स हिज राइट। ये चीज समझ आ गई। तो ਹੁਣ ਉਸਨੇ ਮੈਨੂੰ ਕੀ ਕਿਹਾ, P is exactly in the middle and there are 10 children towards his right। ਟੋਟਲ ਬੱਚੇ ਪਤਾ ਕਰਨੇ ਆ। ਪਹਿਲੇ ਤੋਂ ਤਾਂ ਆਫ ਕੋਰਸ ਆਪਣਾ ਆਨਸਰ ਨਹੀਂ ਆ ਰਿਹਾ। ਠੀਕ ਹੈ। ਕਿਉਂ, ਕਿਉਂਕਿ P ਦੀ ਡਾਇਰੈਕਸ਼ਨ ਪਤਾ ਹੈ ਕਿ ਉਹ ਲੈਫਟ ਸਾਈਡ ਤੋਂ 15ਵੇਂ ਤੇ ਹੈ। ਠੀਕ ਹੈ। ਯਾਨੀ ਕਿ ਇੱਥੇ ਉਸਦੇ 14 ਬੱਚੇ ਬੈਠੇ ਹੋਣਗੇ, P ਕਿਤੇ ਇੱਥੇ ਹੋਏਗਾ, ਬਾਅਦ ਚੋਂ ਵੀ ਕੁਛ ਨਾ ਕੁਛ ਬੱਚੇ ਹੋਣਗੇ ਤੇ ਇਸ ਦਾ ਨੰਬਰ ਆਪਣੇ ਕੋਲ ਕੀ ਹੈ, ਅਨਡਿਫਾਈਨ ਹੈ। ਇਹ ਕੀ ਹੈ ਆਪਣੇ ਕੋਲ ਪਹਿਲਾ ਸਟੇਟਮੈਂਟ। ਸੋ ਹੁਣ ਦੂਸਰਾ ਕੀ ਹੈ, Q is exactly in the middle and there are 10 children towards his right। ਸੋ ਹੁਣ ਅਗਰ Q ਮਿਡਲ ਦੇ ਵਿੱਚ ਬੈਠਾ ਹੈ, ਉਸਦੇ ਰਾਈਟ ਤੇ 10 ਬੱਚੇ ਹੈ, ਮਿਡਲ ਚ ਹੈ ਤਾਂ ਇਸਦੇ ਰਾਈਟ ਤੇ ਵੀ 10 ਹੋਣਗੇ, ਕਲੀਅਰ। 10 ਇੱਧਰ ਹੈ, 10 ਉਧਰ, ਟੋਟਲ ਕਿੰਨੇ ਹੋ ਗਏ 20। ਇੱਕ ਇਹ ਆਪ ਹੋ ਗਿਆ +1, ਤਾਂ ਕਿੰਨੇ ਬੱਚੇ ਹੋ ਗਏ ਟੋਟਲ 21। तो पहले तो अपने को आंसर नहीं आया, दूसरे तो अपने को क्लियर आंसर आ गया कि टोटल कितने बच्चे हैं 21। ठीक है। बट ਹੁਣ ਉਸਨੇ ਪੁੱਛਿਆ ਕੀ ਹੈ, P ਤੇ Q ਦੇ ਵਿੱਚ ਕਿੰਨੇ ਹੈ। ਠੀਕ ਹੈ। ਸੋ ਹੁਣ P ਤੇ Q ਦੇ ਵਿੱਚ ਤੁਸੀਂ ਕਿਵੇਂ ਜਸਟੀਫਾਈ ਕਰ ਪਾਓਗੇ ਅਗਰ ਮੈਂ ਦੋਨਾਂ ਨੂੰ ਮਿਲਾ ਦਾਂ, ਕਿਵੇਂ, ਦੇਖੋ 21 ਬੱਚੇ ਤੁਹਾਨੂੰ ਯਾਦ ਰਹਿਣਗੇ। ਠੀਕ ਹੈ। ਹੁਣ ਮੈਂ ਕੀ ਕੀਤਾ, 21 ਸਟੂਡੈਂਟਸ ਬਿਠਾ ਲੇ, 1 2 3 4 5 6 7 8 9 10 21 हो गया। ठीक है। ਹੁਣ Q है जो उधरों 10वें ते है, उधरों 11th ते है, टुवर्ड्स हिज राइट। टोटल कितने हैं, देयर आर 10। तो Q किते ਇੱਥੇ बैठा होगा, क्लियर। P की है अगर पहली इक्वेशन ਆਪਾਂ पढ़िए 15th फ्रॉम द लेफ्ट हैंड। आई थिंक कुछ गड़बड़ हुई है, देखो 1 2 3 4 5 6 इस साइड एक कट है। ठीक है। तो ਹੁਣ P Q ਬਿਲਕੁਲ ਮਿਡਲ ਦੇ ਵਿੱਚ ਆ ਗਿਆ।
P ਇੱਥੇ ਆ ਜਾएगा क्योंकि उसने की किया है जो P है जो लेफ्ट हैंड तो 15th ਤੇ ਹੈ, ਠੀਕ ਹੈ। Q ਹੈ ਜੋ ਮਿਡਲ ਦੇ ਵਿੱਚ ਹੈ ਦੋਨਾਂ ਚੋਂ, ਹਨਾ, ਇਹੀ ਚੀਜ਼ ਕਹੀ ਹੈ ਆਪਾਂ ਨੂੰ। ਸੋ ਹੁਣ ਉਸਨੇ ਪੁੱਛਿਆ ਕਿ ਇਹ P ਤੇ Q ਦੇ ਵਿੱਚ ਦੋਨਾਂ ਦੇ ਵਿੱਚ ਕਿੰਨੇ ਜਾਣੇ ਬੈਠੇ ਆ, 1 2 3। ਸੋ ਇੱਥੋਂ ਆਪਾਂ ਨੂੰ ਦੋਨਾਂ ਨੂੰ ਕੰਬਾਈਨ ਕਰਕੇ ਆਂਸਰ ਆ ਗਿਆ। ਕਿੰਨੇ ਬੱਚੇ ਬੈਠੇ ਹੈ 3। ਤਾਂ ਅਗਰ ਦੋਨਾਂ ਨੂੰ ਕੰਬਾਈਨ ਕਰਕੇ ਆਪਣੇ ਕੋਲ ਆਂਸਰ ਆ ਰਿਹਾ, ਫਿਰ ਤੁਸੀਂ ਕਿਹੜਾ ਆਪਸ਼ਨ ਟਿਕ ਲਗਾਓਗੇ, ਆਪਸ਼ਨ ਨੰਬਰ E, ਠੀਕ ਹੈ। ਸੋ ਕੁਝ ਇਸ ਤਰੀਕੇ ਦੇ ਨਾਲ ਕਰਨਾ ਸੀ ਇਹ ਕੁਐਸਚਨ। ਚਲੋ ਸੋ ਹੁਣ ਇੱਥੇ ਕੀ ਹੈ, ਹਾਊ ਇਜ਼ T ਰਿਲੇਟਿਡ ਟੂ K। ਸੋ ਬੇਸਿਕਲੀ ਜੋ ਇਹ ਕੁਐਸਚਨ ਹੈ ਤੁਹਾਡਾ ਕਿਹੜੇ ਚੈਪਟਰ ਦਾ ਹੈ, ਬਲੱਡ ਰਿਲੇਸ਼ਨ, ਠੀਕ ਹੈ। ਆਰਜ਼ ਸਿਸਟਰ J ਹੈਜ਼ ਮੈਰਿਡ ਟੂ T's ਬ੍ਰਦਰ L। ਕੀ ਕਹਿ ਰਿਹਾ ਉਹ, ਆਰ ਦੀ ਜੋ ਇੱਕ ਸਿਸਟਰ ਹੈ, ਠੀਕ ਹੈ, ਆਪਾਂ ਨੂੰ ਨਹੀਂ ਪਤਾ ਉਸਦਾ ਨਾਮ ਦੱਸਿਆ ਹੋਇਆ, ਹਾਂਜੀ J, ਠੀਕ ਹੈ। ਕੁਝ ਇਸ ਤਰੀਕੇ ਦੇ ਨਾਲ ਬਣੇਗਾ, ਹੈਜ਼ ਮੈਰਿਡ ਟੂ T's ਬ੍ਰਦਰ, T ਦੇ ਬ੍ਰਦਰ ਨਾਲ ਮੈਰਿਡ ਹੋਈ ਹੈ, ਮੈਰਿਜ ਹੋਈ ਹੈ ਉਸਦੀ, ਤੇ ਉਹ ਕੌਣ ਹੈ, L, ਠੀਕ ਹੈ। L ਕੌਣ ਹੈ, T ਦਾ ਬ੍ਰਦਰ ਹੈ, ਠੀਕ ਹੈ। ਹੂ ਇਜ਼ ਦ ਓਨਲੀ ਸਨ ਆਫ ਹਿਸ ਪੇਰੈਂਟਸ। ਹੁਣ ਉਸਨੇ ਕੀ ਕਿਹਾ ਹੈ ਕਿ L ਹੈ ਜੋ ਇੱਕ ਲੌਤਾ ਕੀ ਹੈ, ਮੁੰਡਾ ਹੈ ਆਪਣੇ ਪੇਰੈਂਟਸ ਦਾ। ਕੁਝ ਇਸ ਤਰੀਕੇ ਨਾਲ ਬਣੇਗਾ ਚਾਰਟ। ਸੋ ਅਗਰ ਇਕਲੌਤਾ ਮੁੰਡਾ ਹੈ ਤਾਂ ਇਹ ਫਿਰ ਇਸਦੀ ਕੀ ਹੋਗੀ, ਸਿਸਟਰ ਹੋਗੀ। ਹੁਣ ਉਸਨੇ ਪੁੱਛਿਆ ਕਿ ਹਾਊ ਇਜ਼ T ਰਿਲੇਟਿਡ ਟੂ K। T ਦਾ ਕੀ ਰਿਲੇਸ਼ਨ ਹੈ K ਦੇ ਨਾਲ। ਸੋ ਹੁਣ ਪਹਿਲੇ ਆਪਸ਼ਨ ਦੇ ਵਿੱਚ K ਦਾ ਆਪਾਂ ਨੂੰ ਕਿਤੇ ਪਤਾ ਹੀ ਨਹੀਂ, ਠੀਕ ਹੈ। ਸੋ ਹੁਣ ਪਹਿਲਾ ਚਾਰਟ ਆਪਾਂ ਇੱਥੇ ਹੀ ਰੋਕ ਦਾਂਗੇ। ਦੂਸਰਾ ਚਾਰਟ ਦੇਖੋ, K ਇਜ਼ ਦਾ ਓਨਲੀ ਡਾਟਰ ਆਫ L ਐਂਡ J, ਠੀਕ ਹੈ। ਉਹ ਕੀ ਕਹਿ ਰਿਹਾ, K ਹੈ ਜੋ ਇੱਕ ਲੌਤੀ ਕੁੜੀ ਹੈ L ਤੇ J ਦੀ, ਠੀਕ ਹੈ। ਹੁਣ J ਤੇ ਆਪਾਂ ਨੂੰ L ਦਾ ਜੈਂਡਰ ਇਸ ਕੇਸ ਦੇ ਵਿੱਚ ਨਹੀਂ ਪਤਾ, ਠੀਕ ਹੈ। ਕੁਝ ਇਸ ਤਰੀਕੇ ਦੇ ਨਾਲ ਬਣੇਗਾ। ਕਲੀਅਰ ਹੋ ਗਿਆ ਸਭ ਨੂੰ ਇੱਥੇ ਤੱਕ। ਸੋ ਹੁਣ ਇੱਥੇ ਵੀ ਕੀ ਹੈ, ਆਪਾਂ ਨੂੰ T ਤੇ K ਦਾ ਰਿਲੇਸ਼ਨ ਨਹੀਂ ਪਤਾ, ਬਟ ਅਗਰ ਮੈਂ ਇਹੀ ਕੇਸ ਇੱਥੇ ਨਾਲ ਸਟੇਟਮੈਂਟ 1 ਦੇ ਨਾਲ ਇੰਪਲੀਮੈਂਟ ਕਰਦਾ ਕਿ ਇਹ ਦੋਨੋਂ ਹਸਬੈਂਡ ਵਾਈਫ ਤਾਂ ਹੈਗੇ, K ਇਹਨਾਂ ਦੀ ਕੀ ਹੋ ਜਾਏਗੀ, ਡਾਟਰ, ਠੀਕ ਹੈ। ਸੋ ਸਟੇਟਮੈਂਟ 1 ਤੇ 2 ਨੂੰ ਅਗਰ ਮੈਂ ਮਿਲਾਤਾ, क्या मैं ਹੁਣ ਰਿਲੇਸ਼ਨ ਦੱਸ ਪਾਉਂਗਾ, ਠੀਕ ਹੈ। ਦੇਖੋ ਕੀ ਹੈ, ਹਾਊ ਇਜ਼ T ਰਿਲੇਟਿਡ ਟੂ K। T ਦਾ ਰਿਲੇਸ਼ਨ ਕੀ ਹੈ K ਦੇ ਨਾਲ, ਕੀ ਲੱਗੇਗੀ, ਬੂਆ ਲੱਗੇਗੀ। ਸੋ ਬੂਆ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਕੀ ਬੋਲਦੇ ਹੋ, ਆਂਟ। ਹਾਂਜੀ, ਅਸੀਂ ਰਿਲੇਸ਼ਨ ਦੱਸ ਪਾ ਰਹੇ ਹਾਂ, ਦੋਨਾਂ ਨੂੰ ਮਿਲਾ ਕੇ ਦੱਸ ਪਾ ਰਹੇ ਹਾਂ, ਸਟੇਟਮੈਂਟ 1 ਤੇ ਸਟੇਟਮੈਂਟ 2। तो फिर इत्थों थोड़ा ऑप्शन नंबर केड़ा आएगा, ई, क्योंकि दोनों स्टेटमेंट्स ही रिक्वायर्ड हैं अपना आंसर दस्सण लई, ठीक है। कुछ इस तरीके नाल आपां ਇਹ वाला क्वेश्चन करना सी। हुण अगले क्वेश्चन ते आ जाओ, हाउ इज J रिलेटेड टू P। सो ਇਹ ਵੀ है क्वेश्चन जो थोड़ा ब्लड रिलेशन ਦਾ ही क्वेश्चन है। M इज ब्रदर ऑफ P, हाउ इज J रिलेटेड टू, J ਦਾ ਕੀ रिलेशन है P ਦੇ ਨਾਲ। M इज ब्रदर ऑफ P, M है जो ब्रदर है किस दा, P दा, एंड T इज द सिस्टर ऑफ P। T है सिस्टर है किस दी, P दी। सो पहली इक्वेशन तो ਆਪਾਂ ਨੂੰ ਇਹ ਪਤਾ ਚੱਲਿਆ। दूसरी स्टेटमेंट ਦੀ ਗੱਲ ਕਰਦੇ ਹਾਂ, P's मदर इज मैरिड टू J's हस्बैंड। P ਦੀ ਇੱਕ ਮਦਰ ਹੈ, ਠੀਕ ਹੈ, ਕਿਸ ਨਾਲ ਮੈਰਿਡ ਹੈ, J ਦੇ ਹਸਬੈਂਡ ਨਾਲ। ਸੋ ਹੁਣ ਇਸ ਦਾ ਹਸਬੈਂਡ ਕੌਣ ਹੋਏਗਾ, ਇਹ, ਇਸ ਦੀ ਵਾਈਫ ਕੌਣ ਹੈ, J, ਠੀਕ ਹੈ। ਇਹ ਬਹੁਤ ਹੀ यूनिक लाइन है, ठीक है। ज़्यादातर स्टूडेंट्स ਨੂੰ ਇਹ समझ नहीं आती, ठीक है। अच्छी तरह समझो, P's मदर, P ਦੀ ਇੱਕ मदर है, इज मैरिड टू J's हस्बैंड, अपने ही घर वाले ਦੇ ਨਾਲ, ठीक है। ਤਾਂ J ਦਾ ਘਰ ਵਾਲਾ ਕੌਣ ਹੋਏਗਾ, P ਦਾ ਫਾਦਰ ਹੋਏਗਾ। ਸੋ ਹੁਣ ਹਸਬੈਂਡ ਵਾਸਤੇ ਆਪਾਂ ਹੂ ਯੂਜ਼ ਕੀਤਾ ਹੋਇਆ, ਹੂ ਹੈਜ਼ 1 son and 2 daughters। ਸੋ ਹੁਣ P ਦੀ 2 ਸਿਸਟਰਸ ਨੇ ਇੱਥੇ ਵੀ, क्लियर। ਹੁਣ अगर P ਦੀ 2 सिस्टर्स हैं तब P की आ जाएगा, मेल। मेल क्यों आएगा, अगर ਹੁਣ मैं स्टेटमेंट 1 ਤੇ 2 ਨੂੰ ਮਿਲਾ दूंगा, ਕਿਵੇਂ, ਇੱਥੇ ਕੀ ਆ ਜਾਏਗਾ, मेल नहीं आएगा ਇੱਥੇ, सॉरी, माइनस ਦਾ साइन आएगा, ठीक है, क्योंकि M मेल है, T की है फीमेल। ਹੁਣ मेल फीमेल ਇੱਥੇ मैं क्यों लगाया, क्योंकि उसने की किया है कि जो हस्बैंड है J ਦਾ, यानी कि ਉਹ ਇਸ पर्टिकुलर ਬੰਦੇ ਦੀ ਗੱਲ ਕਰ ਰਿਹਾ ਹੈ, ਉਸ ਦਾ ਜੋ ਇੱਕ ਹੀ ਸਨ ਹੈ
ਤੇ ਬਾਕੀ ਉਸਦੀ ਕੀ ਨੇ 2 ਡਾਟਰਸ। ਇਹ ਚੀਜ਼ ਆਪਾਂ ਆਪਣੇ ਦਿਮਾਗ 'ਚ ਰੱਖ ਲਈ। ਹੁਣ ਅਗਰ ਮੈਂ ਇਸਨੂੰ ਪਹਿਲੀ ਇਕੁਏਸ਼ਨ ਦੇ ਨਾਲ ਕੰਬਾਈਨ ਕਰਦਾ, ਹੁਣ P ਦਾ ਬ੍ਰਦਰ ਕੌਣ ਹੈ M, P ਦੀ ਸਿਸਟਰ ਕੌਣ ਹੈ T। ਸੋ ਇੱਕ ਮੇਲ ਹੋ ਗਿਆ, ਇੱਕ ਫੀमेल हो गया। उसने की किया है 2 डॉटर्स हैं, यानी कि P ਦਾ ਜੈਂਡਰ ਵੀ ਕੀ ਹੋਏਗਾ ਮਾਈਨਸ ਹੋਏਗਾ। ਸੋ ਹਾਊ ਇਜ਼ J ਰਿਲੇਟਡ ਟੂ P, J ਦਾ ਕੀ ਰਿਲੇਸ਼ਨ ਹੈ P ਦੇ ਨਾਲ, ਮਦਰ ਲੱਗੀ ਤਾਂ ਆਂਸਰ ਆਪਾਂ ਇੱਥੇ ਵੀ ਦੱਸ ਪਾ ਰਹੇ ਹਾਂ। ਠੀਕ ਹੈ, ਆਂਸਰ ਅਗਰ ਆਪਾਂ ਦੱਸ ਪਾ ਰਹੇ ਹਾਂ ਲੇਕਿਨ ਦੋਨਾਂ ਨੂੰ ਮਿਲਾ ਕੇ ਦੱਸ ਪਾ ਰਹੇ ਹਾਂ। ਠੀਕ ਹੈ, ਤਾਂ ਹੁਣ ਅਗਰ ਆਪਾਂ ਦੋਨਾਂ ਨੂੰ ਮਿਲਾਵਾਂਗੇ ਫਿਰ ਆਪਾਂ ਕਿਹੜਾ ਆਪਸ਼ਨ ਚੂਜ਼ ਕਰਾਂਗੇ, ਆਪਸ਼ਨ ਨੰਬਰ E। ਠੀਕ ਹੈ, ਸੋ 8th ਕੁਐਸਚਨ ਦਾ ਆਂਸਰ ਤੁਹਾਡਾ ਕਿੰਨਾ ਹੋ ਜਾਏਗਾ, ਆਪਸ਼ਨ ਨੰਬਰ E। ਕਲੀਅਰ ਹੋ ਗਿਆ ਸਭ ਨੂੰ। ਹੁਣ ਇਹ ਦੇਖੋ, ਹਾਊ ਇਜ਼ X ਰਿਲੇਟਡ ਟੂ Y। ਸੋ ਇਹ ਵੀ ਹੈ ਜੋ ਬਲੱਡ ਰਿਲੇਸ਼ਨ ਦਾ ਹੀ ਕੁਐਸਚਨ ਹੈ। ਸੋ ਹੁਣ ਬਲੱਡ ਰਿਲੇਸ਼ਨ ਦੇ ਆਪਾਂ 2 ਕੁਐਸਚਨ ਆਲਰੇਡੀ ਡਿਸਕਸ ਕਰ ਲਏ। ਇਹ ਵਾਲਾ ਕੁਐਸਚਨ ਤੁਹਾਡੇ ਲਈ ਹੋਮਵਰਕ ਹੈ, ਸਕਰੀਨਸ਼ਾਟ ਖਿੱਚੋ ਤੇ ਸੋਲਵ ਕਰੋ, ਜਾਂ ਵੀਡੀਓ ਨੂੰ ਰੋਕ ਕੇ ਸੋਲਵ ਕਰੋ ਤੇ ਆਪਣਾ ਆਪਣਾ ਕਮੈਂਟ ਦੇ ਵਿੱਚ ਆਨਸਰ ਦਿਓ। ਹਾਂਜੀ ਚਲੋ ਨੈਕਸਟ ਕੁਐਸਚਨ ਤੇ ਆ ਜਾਓ। Who is the immediate right of B among 5 persons P, Q, R, S and T facing north। ਸੋ ਨੋ ਕੀ ਕਹਿ ਰਿਹਾ ਹੈ ਕਿ P ਦੇ ਰਾਈਟ ਤੇ ਦੱਸੋ ਇਮੀਡੀਏਟ ਰਾਈਟ ਤੇ ਕੌਣ ਬੈਠਾ ਹੈ। ਠੀਕ ਹੈ, ਸੋ ਹੁਣ ਪਹਿਲਾ ਕੀ ਹੈ ਮੇਰੇ ਕੋਲ ਸਟੇਟਮੈਂਟ, R is third to the left of Q। ਸੋ ਬੇਸਿਕਲੀ ਇਸਨੇ ਆਪਾਂ ਨੂੰ ਕੁਝ ਕਿਹਾ ਹੈ ਨਹੀਂ, ਸੋ ਆਪਾਂ ਕੀ ਕਰਿਆ ਨਾਰਮਲ 5 ਪਰਸਨ ਬਣਾ ਲਿਆ। R is third to the left of Q and P is second to the right of R। ਸੋ ਹੁਣ ਆਪਣੇ ਕੋਲ ਇੱਥੇ ਕੇਸਿਸ ਬਣਨਗੇ ਕਿ R is third to the left of Q, R Q ਦੇ ਥਰਡ ਲੈਫਟ ਤੇ ਹੈ ਅਗਰ ਨਾਰਥ ਵੱਲ ਆਪਾਂ ਦੇਖ ਰਹੇ ਹਾਂ ਨਾ, ਐਂਡ P is second to the right of R। ਕੁਝ ਇਹ ਰਿਲੇਸ਼ਨ ਬਣੇਗਾ। ਜਾਂ ਫਿਰ ਅਗਰ ਮੈਂ ਹੁਣ ਇੱਥੇ ਦੂਸਰੇ ਕੇਸ ਦੀ ਗੱਲ ਕਰਾਂ, R ਇੱਥੇ ਤਾਂ ਵੀ ਬੈਠ ਸਕਦਾ ਹੈ, Q ਇੱਥੇ ਵੀ ਹੋ ਸਕਦਾ ਹੈ, P ਇੱਥੇ ਵੀ ਹੋਏਗਾ। ਠੀਕ ਹੈ, ਸੋ ਇਹ 2 ਕੇਸਿਸ ਬਣ ਗਏ ਆਪਣੇ ਕੋਲ। ਦੂਸਰੀ ਸਟੇਟਮੈਂਟ ਦੇਖਦੇ ਹਾਂ, Q is to the immediate left of T। Q है जो immediate left ਤੇ ਬੈਠੀ ਹੈ T ਦੇ। ਠੀਕ ਹੈ, who is second to the right of P। T है जो second to the right of P है, क्योंकि P ਦਾ ਰਾਈਟ ਇੱਧਰ ਹੋ ਗਿਆ। ਸੋ ਕੁਝ ਇਹ ਰਿਲੇਸ਼ਨ ਬਣ ਸਕਦਾ ਹੈ। ਠੀਕ ਹੈ, ਹੁਣ ਇੱਥੋਂ ਆਪਾਂ ਨੂੰ ਪਤਾ ਨਹੀਂ ਚੱਲਿਆ, ਹਲੇ ਆਪਾਂ ਨੂੰ ਇਹ 2 ਪੋਜੀਸ਼ਨ ਦਾ ਵੀ ਨਹੀਂ ਪਤਾ ਚੱਲੇਗਾ। ਠੀਕ ਹੈ, ਹੋ ਸਕਦਾ ਹੈ ਇੱਧਰ ਬੈਠਾ ਹੋਵੇ, ਹੋ ਸਕਦਾ ਇੱਕ ਇੱਧਰ ਹੋਵੇ ਇੱਕ ਇੱਧਰ ਹੋਵੇ, ਹੋ ਸਕਦਾ ਦੋਨੋਂ ਹੀ ਇੱਧਰ ਹੋਣ। ਠੀਕ ਹੈ, ਸੋ ਹੁਣ ਅਗਰ ਮੈਂ ਇਸਨੂੰ ਪਹਿਲੀ ਇਕੁਏਸ਼ਨ ਦੇ ਨਾਲ ਕੰਬਾਈਨ ਕਰਾਂ, ਠੀਕ ਹੈ, ਸੋ ਹੁਣ ਆਪਾਂ ਕੀ ਕਵਾਂਗੇ ਕਿ ਆਪਾਂ ਨੂੰ ਨਾ ਪਹਿਲੀ ਤੋਂ ਆਨਸਰ ਪਤਾ ਚੱਲਿਆ ਨਾ ਦੂਸਰੀ ਤੋਂ ਪਤਾ ਚੱਲਿਆ। ਨਹੀਂ, ਸੋ ਇੱਥੇ ਕੀ ਸੀ, ਹੂ ਇਜ਼ ਦ ਇਮੀਡੀਏਟ ਰਾਈਟ ਆਫ P। P ਦੀ ਇਮੀਡੀਏਟ ਰਾਈਟ ਤੇ ਕੌਣ ਬੈਠਾ ਹੈ, Q। ਦੋਨੋਂ ਕੇਸਿਸ ਦੇ ਵਿੱਚ ਇੱਥੇ ਵੀ P ਦੇ ਇਮੀਡੀਏਟ ਰਾਈਟ ਤੇ ਕੌਣ ਬੈਠਾ ਹੈ, Q। ਸੋ ਆਪਣਾ ਕੰਮ ਸਿਰਫ ਇੰਨਾ ਕੀ ਸੀ, ਦੋਨਾਂ ਤੋਂ ਆਪਣੇ ਕੋਲ ਆਨਸਰ ਆ ਗਿਆ। ਕੀ ਆਨਸਰ ਆਇਆ, Q। ਤਾਂ ਦੋਨਾਂ ਤੋਂ ਅਲੱਗ-ਅਲੱਗ ਤੋਂ ਆਨਸਰ ਆ ਗਿਆ। ਸੋ ਇੱਥੇ ਫਿਰ ਆਪਾਂ ਆਪਸ਼ਨ ਨੰਬਰ ਕਿਹੜਾ ਚੂਜ਼ ਕਰਾਂਗੇ, C। ਕਲੀਅਰ, ਚਲੋ ਨੈਕਸਟ ਕੁਐਸਚਨ ਤੇ ਆ ਜਾਓ। ਵਿਚ ਡਾਇਰੈਕਸ਼ਨ ਇਜ਼ ਨਿਰਮਲ ਫੇਸਿੰਗ ਐਟ ਦਾ ਮੋਮੈਂਟ। ਸੋ ਇਹ ਅੱਜ ਦੇ ਲੈਕਚਰ ਦਾ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ, ਬੇਸਿਕਲੀ ਇਸ ਦੇ ਵਿੱਚ ਜੋ ਆਪਾਂ ਟੌਪਿਕ ਦੀ ਗੱਲ ਕਰ ਰਹੇ ਹਾਂ ਉਹ ਹੈ ਡਾਇਰੈਕਸ਼ਨ। ਡਾਇਰੈਕਸ਼ਨ ਦੇ ਵਿੱਚ ਵੀ ਇੱਕ ਟਾਈਪ ਹੁੰਦੀ ਹੈ ਸ਼ੈਡੋਜ਼। ਠੀਕ ਹੈ, ਸੋ ਇਹ ਸ਼ੈਡੋਜ਼ ਦਾ ਕੁਐਸਚਨ ਹੈ। ਵਿਚ ਡਾਇਰੈਕਸ਼ਨ ਇਜ਼ ਨਿਰਮਲ ਫੇਸਿੰਗ ਐਟ ਦਾ ਮੋਮੈਂਟ। ਹੁਣ ਫਰਸਟ ਇਕੁਏਸ਼ਨ ਕੀ ਹੈ, ਨਿਰਮਲ took 2 consecutive right turn after covering a distance of 6 kilometer to reach the point A। ਸੋ ਹੁਣ ਆਪਾਂ ਨੂੰ ਇਹ ਨਹੀਂ ਪਤਾ ਕਿ ਨਿਰਮਲ ਇਸ ਟਾਈਮ ਤੇ ਕਿਸ ਡਾਇਰੈਕਸ਼ਨ ਦੇ ਵਿੱਚ ਮੂਵ ਕਰਕੇ ਖੜਾ ਹੈ। ਉਸਨੇ 2 ਰਾਈਟ ਟਰਨ ਤਾਂ ਲੈ ਲਏ, ਜਾਂ ਤਾਂ ਹੋ ਸਕਦਾ ਹੈ ਪਹਿਲਾਂ ਕੁਝ ਇਸ ਤਰੀਕੇ ਨਾਲ ਰਾਈਟ ਲੈ ਲਿਆ ਫਿਰ ਇਸ ਤਰੀਕੇ ਨਾਲ ਰਾਈਟ ਲੈ ਲਿਆ। ਠੀਕ ਹੈ, ਠੀਕ ਹੈ, ਜਾਂ ਫਿਰ ਹੋ ਸਕਦਾ ਕੁਝ ਇਸ ਤਰੀਕੇ ਨਾਲ ਰਾਈਟ ਲੈ ਲਿਆ ਕੁਝ ਇਸ ਤਰੀਕੇ ਨਾਲ। ਸੋ ਇੱਥੇ ਆਪਾਂ ਨੂੰ ਹਾਲੇ ਨਹੀਂ ਪਤਾ ਚੱਲਿਆ। ਸੋ ਹੁਣ ਪਹਿਲੀ ਇਕੁਏਸ਼ਨ ਤੋਂ ਆਪਣਾ ਆਨਸਰ ਨਹੀਂ ਆਇਆ ਇਕੱਲੀ ਦਾ। ਦੂਸਰੀ ਤੋਂ ਕੀ ਕਿਹਾ ਹੈ, ਆਫਟਰ ਵਾਕਿੰਗ 4 ਮੀਟਰ अर्ली मॉर्निंग फ्रॉम पॉइंट ए निर्मल इज फेसिंग ऑपोजिट डायरेक्शन टू द सन। सो हुण कहना की चाह रहा है, हो देखो दोबारा।
ਹੁਣ ਅਗਰ ਇੱਕ ਇੱਥੇ ਸਨ ਹੈ, ਸਨ ਕਿੱਥੋਂ ਰਾਈਜ਼ ਹੁੰਦਾ ਹੈ, ਈਸਟ ਵਾਲੀ ਸਾਈਡ ਤੋਂ, ਠੀਕ ਹੈ। ਸੋ ਹੁਣ ਇਸ ਦੀ ਜੋ ਵੀ ਰਿਫਲੈਕਸ਼ਨ ਬਣੇਗੀ ਕਿੱਧਰ ਬਣੇਗੀ, ਲੈਫਟ ਵਾਲੀ ਸਾਈਡ ਤੇ ਆਪਾਂ ਸ਼ੈਡੋਜ਼ ਦੇ ਵਿੱਚ ਦੇਖਿਆ ਸੀਗਾ, ਠੀਕ ਹੈ। ਆਫਟਰ ਵਾਕਿੰਗ 4 ਮੀਟਰ अर्ਲੀ ਮਾਰਨਿੰਗ ਫਰੋਮ ਪੁਆਇੰਟ ਏ, ਨਿਰਮਲ ਇਜ਼ ਫੇਸਿੰਗ ਆਪੋਜ਼ਿਟ ਡਾਇਰੈਕਸ਼ਨ। ਹੁਣ ਇੱਥੇ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਨਹੀਂ ਮੁੜਿਆ ਉਹ, ਠੀਕ ਹੈ। ਇੱਕ ਪੁਆਇੰਟ ਏ ਹੈ, 4 ਮੀਟਰ ਚੱਲਣਾ ਸ਼ੁਰੂ ਕਰਤਾ, ਠੀਕ ਹੈ। ਹੁਣ 4 ਮੀਟਰ ਵੀ ਆਪਾਂ ਐਵੇਂ ਕਿਉਂ ਲਗਾਇਆ ਵੀ ਉਹ ਇਸੀ ਵਾਲੀ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਹੈ, ਕਿਉਂਕਿ ਉਹ ਕਿਤੇ ਹੋਰ ਤਾਂ ਮੁੜਿਆ ਨਹੀਂ, ਲੇਕਿਨ ਹੁਣ ਜਿੱਥੇ ਉਹ ਰੁਕ ਗਿਆ, ਕਿੱਥੇ ਰੁਕ ਗਿਆ, ਬਿਲਕੁਲ ਆਪੋਜ਼ਿਟ ਡਾਇਰੈਕਸ਼ਨ ਤੇ ਰੁਕ ਗਿਆ, ਆਪੋਜ਼ਿਟ ਸਾਈਡ ਵੱਲ ਫੇਸ ਕਰ ਰਿਹਾ ਹੈ ਉਹ ਸਨ ਦੀ, ਯਾਨੀ ਕਿ ਇਸ ਤਰਫ ਫੇਸ ਕਰ ਰਿਹਾ ਹੈ। ਸਟਾਰਟਿੰਗ ਦੇ ਵਿੱਚ ਵੀ ਉਹ ਇਸ ਤਰੀਕੇ ਨਾਲ ਹੀ ਫੇਸ ਕਰ ਰਿਹਾ ਸੀ, ਹੁਣ ਇੱਥੋਂ ਹੀ ਉਹ 4 ਮੀਟਰ ਚੱਲ ਗਿਆ ਤੇ ਹਾਲੇ ਵੀ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਫੇਸ ਕਰ ਰਿਹਾ, ਇਸ ਡਾਇਰੈਕਸ਼ਨ ਦੇ ਵਿੱਚ ਫੇਸ ਕਰ ਰਿਹਾ। ਹੁਣ ਐਟ ਦਾ ਮੋਮੈਂਟ ਮਤਲਬ ਇਸ ਟਾਈਮ ਤੇ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਫੇਸ ਕਰ ਰਿਹਾ, ਵੈਸਟ ਵੱਲ, ਵੈਸਟ ਡਾਇਰੈਕਸ਼ਨ ਦੇ ਵਿੱਚ ਫੇਸ ਕਰ ਰਿਹਾ। तो आप सिर्फ और सिर्फ सेकेंड ऑप्शन तो अपना आंसर ਲੱਭ ਪਾਏ ਆ। ਤਾਂ ਇਸ ਕੁਐਸਚਨ ਦੇ ਵਿੱਚ ਆਪਾਂ ਜੋ ਟਿਕ ਲਗਾਵਾਂਗੇ ਆਪਸ਼ਨ ਦੈਟ ਇਜ਼ योर बी। ਕਲੀਅਰ। ਚਲੋ ਸੋ ਅੱਜ ਦੀ ਵੀਡੀਓ ਦਾ ਆਪਾਂ ਲਾਸਟ ਕੁਐਸਚਨ ਡਿਸਕਸ ਕਰਨ ਲੱਗੇ ਆ। ਕੀ ਹੈ ਦੇਖੋ, B इज द ब्रदर ऑफ A, अगेन ब्लड रिलेशन ਦਾ ਆ ਗਿਆ। B ਹੈ ਜੋ ब्रदर है किस ਦਾ, A ਦਾ, ਠੀਕ ਹੈ। हाउ इज A ਰਿਲੇਟਿਡ ਟੂ B। ਸੋ ਜੋ ਇਹ ਹੈ ਆਪਾਂ ਨੂੰ ਸਟੇਟਮੈਂਟ ਦੇ ਵਿੱਚ ਹੀ ਗਿਵਨ ਹੈ, ਸੌਰੀ ਇਹ ਮਾਈਨਸ ਐਰੋ ਆਏਗਾ ਇੱਥੇ, ਠੀਕ ਹੈ। ਸੋ ਇਹ ਆਪਣੇ ਕੋਲ ਸਟੇਟਮੈਂਟ ਦੇ ਵਿੱਚ ਹੀ ਇੱਕ ਕੰਡੀਸ਼ਨ ਗਿਵਨ ਹੈ। ਹੁਣ ਆਪਾਂ ਫਸਟ ਇਕੁਏਸ਼ਨ ਤੇ ਆਨੇ ਹਾਂ, A ਇਜ਼ ਦ ਸਿਸਟਰ ਆਫ C। A ਹੈ ਜੋ ਭੈਣ ਹੈ ਕਿਸ ਦੀ, C ਦੀ। ਦੂਸਰੀ ਇਕੁਏਸ਼ਨ ਤੇ ਆਨੇ ਹਾਂ, ਕੀ ਹੈ, E इज द हस्बैंड ऑफ ए। E है जो हस्बैंड है A ਦਾ। सो बोथ आर मैरिड, अगर ये मेल है तो ये की होएगा, फीमेल होएगा। क्लियर। तो दोनों तो कुछ ऐसी इक्वेशन बनेगी। ਹੁਣ ਪੁੱਛਿਆ ਕੀ ਹੈ, ਹਾਊ ਇਜ਼ A ਰਿਲੇਟਿਡ ਟੂ B। ਸੋ ਪਹਿਲੀ ਇਕੁਏਸ਼ਨ ਦੇ ਵਿੱਚ ਵੀ ਆਪਾਂ ਨੂੰ ਪਤਾ ਚੱਲ ਰਿਹਾ A ਭੈਣ ਹੈ B ਦੀ, ਦੂਸਰੀ ਦੇ ਵਿੱਚ ਵੀ ਪਤਾ ਚੱਲ ਰਿਹਾ A ਭੈਣ ਹੈ B ਦੀ। ਤਾਂ ਦੋਨਾਂ ਤੋਂ ਅਲੱਗ-ਅਲੱਗ ਆਂਸਰ ਆ ਰਹੇ, ਤਾਂ ਜਿੱਥੇ ਦੋਨਾਂ ਤੋਂ ਅਲੱਗ-ਅਲੱਗ ਆਂਸਰ ਆ ਜਾਏਗਾ ਫਿਰ ਆਪਾਂ ਕਿਹੜਾ ਆਪਸ਼ਨ ਟਿਕ ਲਗਾਵਾਂਗੇ, ਆਪਸ਼ਨ ਨੰਬਰ C। ਕਲੀਅਰ। ਸੋ ਉਮੀਦ ਕਰ ਰਿਹਾ ਸਭ ਨੂੰ ਸਮਝ ਆ ਗਿਆ ਡਾਟਾ ਸਫੀਸ਼ੀਐਂਸੀ ਜਿੰਨਾ ਵੀ ਆਪਾਂ ਕੀਤਾ ਹੈ ਅੱਜ, ਠੀਕ ਹੈ। ਐਗਜ਼ਾਮ ਦੇ ਵਿੱਚ ਵੀ ਇਸ ਤੋਂ ਬਾਹਰ ਲੈਵਲ ਨਹੀਂ ਹੋਏਗਾ। ਟਿਪੀਕਲ ਥੋੜੇ ਜਿਹਾ ਕੁਐਸਚਨ ਹੋ ਸਕਦਾ, ਲੈਂਥੀ ਹੋ ਸਕਦਾ, ਜਿਵੇਂ ਆਪਾਂ ਸਾਰੇ ਕੀਤੇ ਹੈ ਸਟੇਟਮੈਂਟ 2 ਵਾਲੇ ਕੀਤੇ ਹੈ, ਹੋ ਸਕਦਾ ਤੁਹਾਨੂੰ 3 ਵਾਲਾ ਆ ਜਾਏ। 3 ਵਾਲਾ ਬੇਸਿਕਲੀ ਮੇਨਸ ਦੇ ਵਿੱਚ ਹੀ ਤੁਹਾਨੂੰ ਦੇਖਣ ਦੇ ਵਿੱਚ ਮਿਲੇਗਾ। PPSC 3 ਵਾਲਾ ਵੀ ਨਹੀਂ ਪਾਉਂਦੀ, जनरली हो 2 वाला ही पाती है, ठीक है। सो उम्मीद कर रहा सबनों लेक्चर बहुत अच्छा लगे होगा। प्लीज़ वीडियो ਨੂੰ लाइक करो, चैनल ਨੂੰ सब्सक्राइब करो। थैंक्स फॉर वॉचिंग।